परम सन्मानयोग गुरु रूप गुरु प्यारी गुरु सुधारी साध संगत जीओ। आप वड्डियां भागां वाले हो जो धन धन साहिब श्री गुरु नानक देव जी महाराज जिन्हां दे पावन चरण छो प्राप्त इतिहासक स्थान गुरुद्वारा नानक प्याऊ साहिब विखे जुगो जुग टल सतगुरु धन धन साहिब श्री गुरु ग्रंथ साहिब महाराज जी की पावन पवित्र हजूरी विच बैठ के पावन दीवाना दियां हाजरियां भर गुरु रूप प्यारी साध संगत जी सतगुरु कृपा करन सरबत संगत की हाजरी दर प्रवान करन मनोकामनावां संपूर्ण करन। आप जी ने बड़े प्यार सत्कार दे नाल गुरु घर दे हजूरी कीर्तनीय अति सत्कारयोग सन्मानयोग भाई साहब भाई केवल सिंह जी अमृतसर वाले तिन्हां पासों गुरबाणी कीर्तन सरवण कीता है। हुण समां इस पावन स्थान की चल रही मर्यादा अनुसार लड़ीवार गुर इतिहास की विचारदा लड़ीवार गुर इतिहास की विचार में सरवण करवा रहे ने पंथ के महान विद्वान सत्कारयोग सन्मानयोग सिंह साहिब ज्ञानी बलदेव सिंह जी इस पावन स्थान के हेड ग्रंथी साहिबान। आओ इसी तरह बड़े प्यार सत्कार नाल बैठ के गुर इतिहास की विचार में सरवण करिए जी। वाहिगुरू जी का खालसा वाहिगुरू जी की फतेह। सतनाम वाहिगुरू जी। गुरु नानक पद पंकज बंदन पद पंकज बंदना सिमरो अंगद दुख निकंदना अमरदास हृदय नित त्यागूं हृदय नित त्यागूं रामदास गुरु गुण गावूं गुरु अर्जन बिघ्नन के नाशक बिघ्नन के नाशक हर गोबिंद शुभ समत प्रकाशक श्री हर राय नमो कर जोरी नमो कर जोरी श्री हर कृष्ण मनाए बहुरी तेग बहादुर परम कृपाला परम कृपाला श्री गुरु गोबिंद सिंह विसाला तरों तरा पर पुन पुन सीसा पुन पुन सीसा बंदों बार बार जगदीशा जिसमें अमृत ज्ञान है मानक भगत वैराग श्री गुरु ग्रंथ साहिब उदद बंदों कर अनुराग एक अंकारा सतगुरु ते प्रसाद सच होए
ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ, ਗੁਰੂ ਨਾਨਕ ਪੁਰਸ਼ੋਤਮੰ ਪਰਵ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਜੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏ ਦੋੜੇ ਮੰਤਰ ਜਾਪ ਨਿਜ ਕਰੈ, ਮੋਤੇ ਰਾਜ ਤੇਜ ਸਭ ਹਰੈ। ਕਰੇ ਇਕਤਰ ਸਚੋ ਨਿਜ ਸਾਰੇ, ਆਪਣੋ ਅਪਰਾਧ ਸੁਨਾਏ ਉਚਾਰੇ। ਜਾਰਾ ਜਹੂਰ, ਜਾਰਾ ਜਹੂਰ, ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ, ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ। ਆਪ ਜੀ ਵਡਭਾਗੇ ਹੋ, ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਦੇ ਹੋਏ ਆਪਣਾ ਜਨਮ ਸਫਲ ਬਣਾ ਰਹੇ ਹੋ। ਸਾਰੇ ਮਿਲ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਆਪ ਜੀ ਨੂੰ ਗੁਰੂ ਘਰ ਦੇ ਕੀਰਤਨੀਏ ਕੀਰਤਨ ਸਰਵਣ ਕਰਾ ਰਹੇ ਸਨ। ਹੁਣ ਸਮਾਂ ਹੋਇਆ ਹੈ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ। ਹਰ ਰੋਜ਼ ਬੜੇ ਪਿਆਰ ਸਤਿਕਾਰ ਦੇ ਨਾਲ ਆਪ ਜੀ ਇਹ ਪਾਵਨ ਕਥਾ ਸਰਵਣ ਕਰਦੇ ਹੋ। ਪਿਛੇ ਪ੍ਰਸੰਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਮਝਾ ਰਹੇ ਨੇ ਕਿ ਜਿਹੜਾ ਗਲਤੀ ਕਰਕੇ ਪਿਛੋਂ ਭੁੱਲ ਮੰਨ ਲੈ, ਪਛਤਾਪ ਕਰ ਲੈ, ਉਹ ਬਖਸ਼ਿਆ ਜਾਂਦਾ ਹੈ। ਪਰ ਜਿਹੜਾ ਭੁੱਲ ਕਰਕੇ ਦ੍ਰਿੜ ਰਵੇ ਵੀ ਮੇਰੀ ਤੇ ਕੋਈ ਗਲਤੀ ਨਹੀਂ ਹੈ, ਕਹਿੰਦੇ ਉਹ ਵੱਡਾ ਮੂਰਖ ਹੈ। ਕਹਿਣੀ ਅਤੇ ਰਹਿਣੀ ਗੁਰੂ ਸਾਹਿਬ ਜੀ ਨੇ ਸ਼੍ਰੇਸ਼ਟ ਰੂਪ ਦੇ ਵਿੱਚ ਬਖਸ਼ੀ ਹੈ। ਜਿਹੜਾ ਨਾਮ ਜਪਣ ਦੀ ਸਾਧਨਾ ਦ੍ਰਿੜ ਹੋ ਕੇ ਕਰੇ ਉਹ ਸਾਡਾ ਸਿੱਖ ਹੈ। ਐਸਾ ਸਾਡਾ ਸਿੱਖ ਜਿਹੜਾ ਨਾਮ ਜਪਦਾ ਹੈ, ਜਿਹੜਾ ਸੇਵਾ ਕਰਦਾ ਹੈ, ਉਹ ਸਾਨੂੰ ਪਿਆਰਾ ਲੱਗਦਾ ਹੈ ਅਤੇ ਉਹ ਦੂਜਿਆਂ ਨੂੰ ਵੀ ਸੰਸਾਰ ਤੋਂ ਤਰਨ ਦਾ ਉਪਾਅ ਦੱਸੇ ਵੀ ਭਵਜਲ ਤੋਂ ਕਿੱਦਾਂ ਪਾਰ ਹੋਣਾ ਹੈ। ਡੁੱਬਣ ਦਾ ਉਪਾਅ ਕੋਈ ਨਾ ਕਵੇ, ਜਿੱਥੇ ਜਾਏ ਬਈਏ ਭਲਾ ਕਹੀਏ। ਇਹਦੇ ਅਨੁਸਾਰ ਉਹ ਭਲਾ ਹੀ ਕਹੇ, ਕਿਸੇ ਨੂੰ ਚੰਗੇ ਗੁਣ ਸਿਖਾਵੇ, ਮੰਦੇ ਨਾ ਸਿਖਾਵੇ। ਜਿੱਦਾਂ ਆਪਾਂ ਵਿਚਾਰ ਕੀਤੀ ਸੀ, ਕਿਸੇ ਦੇ ਪੁੱਤ ਨੂੰ ਬਾਣੀ ਪੜ੍ਹਨੀ ਸਿਖਾਵੇ, ਉਹਨੂੰ ਸੇਵਾ ਵਿੱਚ ਲਾਵੇ, ਉਹਨੂੰ ਵੱਧ ਤੋਂ ਵੱਧ ਪੜ੍ਹਨ ਵਾਸਤੇ ਪ੍ਰੇਰਨਾ ਦੇਵੇ। ਇਹ ਹੈ ਚੰਗੇ ਗੁਣ। ਐਸਾ ਕਦੇ ਨਾ ਕਵੇ ਕਿ ਪੁੱਤ
ਨਸ਼ਾ ਕਰਿਆ ਕਰ, ਜੂਆ ਖੇਡਣਾ ਚੰਗਾ ਹੁੰਦਾ ਹੈ, ਚੋਰੀ ਕਰਨੀ ਚੰਗੀ ਹੁੰਦੀ ਹੈ, ਇਹੋ ਜਿਹੇ ਮਾੜੇ ਗੁਣਾਂ ਦੀ ਦੱਸ ਨਾ ਪਾਵੇ, ਚੰਗੇ ਗੁਣ ਸਿਖਾਵੇ। ਪਹਿਲਾਂ ਆਪ ਚੰਗੇ ਗੁਣ ਜੀਵਨ ਵਿੱਚ ਧਾਰਨ ਕਰੇ ਤੇ ਫਿਰ ਅੱਗੇ ਪ੍ਰਚਾਰ ਕਰੇ। ਫਿਰ ਚੰਗੇ ਗੁਣਾਂ ਦੀ ਗੱਲ ਕੀਤੀ, ਕਹਿੰਦੇ ਸਮਤਾ, ਸਮ ਦ੍ਰਿਸ਼ਟੀ ਹੋਣਾ, ਫਿਰ ਨਿਮਰਤਾ, ਸਰਲਤਾ ਤੇ ਸਿਦਕ ਜਿੱਥੇ ਸਾਬਤ ਹੈ, ਉਹ ਸਿੱਖ ਮੈਨੂੰ ਨਿਤ ਮਿਲਦਾ ਹੈ। ਉਹ ਮੇਰਾ ਮਨ ਹੈ, ਉਹ ਮੇਰਾ ਤਨ ਹੈ, ਉਹ ਮੇਰਾ ਪਿਆਰਾ ਹੈ। ਜਿਸ ਨੂੰ ਮੌਤ ਕਦੇ ਚੇਤੇ ਨਹੀਂ ਆਈ, ਜਿਹੜਾ ਮੌਤ ਨੂੰ ਭੁੱਲ ਗਿਆ, ਜਿਹੜਾ ਕਹਿੰਦਾ ਮੈਂ ਤੇ 100 ਸਾਲ ਜੀਣਾ। ਤੁਸੀਂ ਕਈ ਇਹ ਗੱਲਾਂ ਕਹਿੰਦੇ ਸੁਣਦੇ ਹੋਗੇ ਕਿ ਖਾਧਾ ਪੀਤਾ ਲਾਏ ਦਾ, ਬਾਕੀ ਅਹਿਮਦ ਸ਼ਾਹੀ ਦਾ। ਜੇ ਕਹੋ ਵੀ ਅੰਮ੍ਰਿਤ ਪਾਨ ਕਰ ਲਓ ਭਾਈ, ਕਹਿਣਗੇ ਬੜਾ ਸਮਾਂ ਪਿਆ ਅੰਮ੍ਰਿਤ ਪਾਨ ਕਰਨ ਵਾਸਤੇ। ਇਹ ਖਾਣ ਪੀਣ ਦਾ ਸਮਾਂ ਹੈ। ਕਿ ਤੇਰੇ ਕੋਲ ਕਿਹੜਾ ਥਰਮਾਮੀਟਰ ਹੈ ਜਾਂ ਮਾਪ ਜੰਤਰ ਹੈ, ਤੈਨੂੰ ਪਤਾ ਲੱਗ ਗਿਆ ਵੀ ਅਜੇ ਮੇਰੀ ਬੜੀ ਉਮਰ ਪਈ ਹੈ। ਇੱਥੇ ਤੇ ਇੱਕ ਸਵਾਸ ਦਾ ਭਰੋਸਾ ਨਹੀਂ ਹੈ। ਹਮ ਆਦਮੀ ਹਾਂ ਇੱਕਦਮੀ, ਮੋਲਤ ਮੋਤ ਨ ਜਾਣਾ, ਨਾਨਕ ਬਿਨਵੈ ਤਿਸੇ ਸਰੇਵੋ, ਜਾ ਕੇ ਜੀ ਪੁਰਾਣਾ। ਕਹਿੰਦੇ ਬੜੀ ਉਮਰ ਪਈ ਹੈ ਨਾਮ ਜਪਣ ਵਾਸਤੇ, ਤੇ ਫਿਰ ਜਿਹੜੀਆਂ ਆਦਤਾਂ ਬਣ ਜਾਂਦੀਆਂ ਨੇ ਉਹ ਬੁਢੇਪੇ ਵਿੱਚ ਜਾ ਕੇ ਵੀ ਨਹੀਂ ਛੱਡਦਾ। ਕਿ ਜੇ ਨਹੀਂ ਤੂੰ ਜਵਾਨੀ ਵਿੱਚ ਜਪਿਆ ਤੇ ਹੁਣ ਹੀ ਜਪ ਲੈ। ਫਰੀਦਾ ਕਾਲੀ ਜਿੰਨੀ ਨਾ ਰਾਵਿਆ, ਧੌਲੀ ਰਾਵੇ ਕੋਏ, ਕਰ ਸਾਈਂ ਸਿਉ ਪਿਰਹੜੀ, ਰੰਗ ਨਵੇਲਾ ਹੋਏ। ਕਹਿੰਦੇ 80 ਸਾਲਾਂ ਦਾ ਹੋ ਗਿਆ, ਅਜੇ ਵੀ ਪਰਮਾਤਮਾ ਦੇ ਨਾਮ ਵਿੱਚ ਚਿੱਤ ਨਹੀਂ ਜੋੜਦਾ। ਬਹੁ ਗਿਣਤੀ ਵਿੱਚ ਐਸੇ ਵੀ ਹੁੰਦੇ ਹਨ, ਤੇ ਐਸੇ ਵੀ ਹੁੰਦੇ ਨੇ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹੀ ਰਹਿੰਦੇ ਨੇ। ਗੁਰੂ ਸਾਹਿਬ ਕਹਿੰਦੇ ਕਿ ਜਿਹਨੂੰ ਮੌਤ ਕਦੇ ਚੇਤੇ ਨਹੀਂ ਆਈ, ਜਿਹਨੇ ਜਿਉਂਦਿਆਂ ਕਦੇ ਪਰਮਾਤਮਾ ਦਾ ਨਾਮ ਨਹੀਂ ਜਪਿਆ, ਵੀ ਮੌਤ ਚੇਤੇ ਰਹੇਗੀ ਤੇ ਰੱਬ ਚੇਤੇ ਰਹੇਗਾ। ਜੇ ਮੌਤ ਚੇਤੇ ਨਹੀਂ ਤੇ ਰੱਬ ਵੀ ਭੁੱਲਿਆ ਹੋਇਆ। ਕਹਿੰਦਾ ਆਪਾਂ ਕਿਹੜਾ ਮਰਨਾ ਹੈ। ਪੜੋਸੀ ਦੇ ਘਰ ਵਿੱਚ ਧਾਂ ਵੱਜੀ, ਇਹ ਨਾ ਕਵੇ ਕਿ ਇਹ ਧਾਂ ਤੇ ਪੜੋਸੀ ਦੇ ਘਰ ਵਿੱਚ ਵੱਜੀ ਹੈ। ਗੁਰਬਾਣੀ ਆਖਦੀ ਪੜੋਸੀ ਕੇ ਜੋ ਹੁਆ, ਸੋ ਆਪਣੇ ਪੀ ਜਾਨ। ਅੱਜ ਪੜੋਸੀ ਦੇ ਘਰ ਧਾਂ ਵੱਜੀ ਤੇ ਕੱਲ ਤੇਰੇ ਘਰ ਵੀ ਵੱਜ ਸਕਦੀ। ਸੁਚੇਤ ਹੋ ਜਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇੱਕ ਬਾਣੀ ਰਚੀ, ਜਿਹਦਾ ਸਿਰਲੇਖ ਲਿਖਿਆ ਘੋੜੀਆਂ। ਉਹ ਸੁਰ ਲੈ ਜੋ ਬੱਚੇ ਦੇ ਵਿਆਹ 'ਤੇ ਘੋੜੀਆਂ ਗਾਈਆਂ ਜਾਂਦੀਆਂ ਸਨ, ਬੱਚੀ ਦੇ ਵਿਆਹ 'ਤੇ ਸੁਹਾਗ ਗਾਏ ਜਾਂਦੇ ਸਨ। ਉਹ ਸੁਰ ਲੈ ਦੇ ਵਿੱਚ ਬਾਣੀ ਰਚ ਦਿੱਤੀ ਤੇ ਨਾਲ ਹੀ ਫਿਰ ਅੱਗੇ ਅਲਾਹਣੀਆਂ ਦਾ ਪਾਠ ਰਚ ਦਿੱਤਾ। ਕਿਤੇ ਖੁਸ਼ੀ ਵਿੱਚ ਇੰਨਾ ਵੀ ਖੁਸ਼ ਨਾ ਹੋ ਜੀ ਵੀ ਰੱਬ ਹੀ ਭੁੱਲ ਜਾਵੇ। ਅੱਜ ਤੇਰੇ ਘਰ ਖੁਸ਼ੀ ਦੇ ਗੀਤ ਗਾਏ ਜਾ ਰਹੇ ਨੇ ਤੇ ਕੱਲ ਧਾਂ ਵੀ ਵੱਜ ਸਕਦੀ ਹੈ। ਰੱਬ ਤੇ ਮੌਤ ਨੂੰ ਸਦਾ ਯਾਦ ਰੱਖੀ। ਪਰ ਜਿਹਨੂੰ ਕਦੇ ਮੌਤ ਚੇਤੇ ਨਹੀਂ ਆਈ, ਜਿਹਨੇ ਕਦੇ ਪਰਮਾਤਮਾ ਦਾ ਨਾਮ ਨਹੀਂ ਜਪਿਆ, ਸਾਰੇ ਦੁੱਖਾਂ ਨਾਲ ਮੋਹ ਕਰਕੇ ਪਿਆਰ ਕਰਦਾ ਹੈ, ਐਸੇ ਵਿਅਕਤੀ ਨੇ ਆਪਣਾ ਕਾਰਜ ਵਿਗਾੜ ਲਿਆ। ਉਹਨੂੰ ਇੱਕ ਸਮਾਂ ਮਿਲਿਆ ਸੀ ਮਨੁੱਖਾ ਦੇਈ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤ ਸੰਗਤ ਵਿੱਚ ਬਹਿ ਕੇ ਪਰਮਾਤਮਾ ਦਾ ਨਾਮ ਜਪਣਾ ਇਹ ਉੱਤਮ ਹੈ। ਭਾਈ ਭਜਨ ਸਿੰਘ ਜੀ ਦੇ ਭਜੰਗੀ ਵੀ ਆਏ ਹੋਏ ਨੇ।
ਕੱਲ੍ਹ ਵੀ ਆਏ ਸੀ ਤੇ ਕੱਲ੍ਹ ਕਥਾ ਨਹੀਂ ਹੋਈ ਤੇ ਕਹਿੰਦੇ ਅੱਜ ਅਸੀਂ ਜ਼ਰੂਰ ਹਾਜ਼ਰੀ ਭਰਨੀ ਹੈ। ਕੱਲ੍ਹ ਕਥਾ ਸੁਣਨ ਆਏ ਸੀ ਪਰ ਕੱਲ੍ਹ ਹਫ਼ਤਾਵਾਰੀ ਦੀਵਾਨ ਸੀ ਤੇ ਅੱਜ ਉਹ ਚੇਚੇ ਤੌਰ 'ਤੇ ਆਏ। ਐਸੇ ਬੱਚੇ, ਹੋਣਹਾਰ ਬੱਚੇ ਜਿਨ੍ਹਾਂ ਦੇ ਅੰਦਰ ਲਗਨ ਪੈਦਾ ਹੋ ਜੇ ਕਿ ਸਤ ਸੰਗਤ ਵਿੱਚ ਬੈਠਣਾ ਹੈ, ਉਹ ਕਦੋਂ ਹੋਵੇਗੀ? ਜਦੋਂ ਸਾਡਾ ਜੀਵਨ ਹੋਵੇਗਾ। ਅਸੀਂ ਬੱਚਿਆਂ ਨੂੰ ਪ੍ਰੇਰਨਾ ਦੇਵਾਂਗੇ ਕਿ ਬੇਟਾ ਸਤ ਸੰਗਤ ਵਿੱਚ ਬੈਠਣਾ ਹੈ। ਜਿੰਨਾ ਸਮਾਂ ਹੋਵੇ ਉਨਾ ਚਿਰ ਬੈਠੋ, ਘੱਟ ਬੈਠੋ ਜਾਂ ਵੱਧ ਬੈਠੋ, ਬੈਠਣਾ ਜ਼ਰੂਰ ਹੈ। ਇੱਥੇ ਜਿੰਨਾ ਸਮਾਂ ਬਤੀਤ ਹੋਵੇਗਾ ਵਿਅਰਥ ਨਹੀਂ ਜਾਏਗਾ। ਇੱਥੇ ਲਾਹਾ ਹੀ ਲਾਹਾ ਪ੍ਰਾਪਤ ਹੁੰਦਾ ਹੈ, ਹਾਨੀ ਕਦੇ ਨਹੀਂ ਹੁੰਦੀ। ਕਹਿੰਦੇ ਮਨੁੱਖ ਨੇ ਆਪਣਾ ਕਾਰਜ ਆਪ ਹੀ ਵਿਗਾੜ ਲਿਆ। ਜਿੱਦਾਂ ਕਹਿੰਦੇ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਖਾਧੇ ਦੀ ਉਪਮਾ ਬੁਰੀ, ਬੁਰੀ ਖੁਸ਼ਾਮਤ ਨਿਤ। ਖੁਸ਼ਾਮਦੀ ਕਰਨ ਵਾਲੇ ਤੇ ਖਾ ਕੇ ਉਪਮਾ ਕਰਨ ਵਾਲੇ, ਇਹਨਾਂ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ। ਅੱਜ ਜੇ ਤੁਹਾਡੇ ਕੋਲ 4 ਪੈਸੇ ਨੇ ਤੇ ਤੁਹਾਡੀ ਉਪਮਾ ਕਰਨਗੇ, ਕੱਲ੍ਹ ਨੂੰ ਕੋਈ ਬਿਪਤਾ ਆ ਜਾਏ ਤੇ ਸੰਗ ਛਾੜ ਕੇ ਭਾਜ ਜਾਣਗੇ, ਦੂਰ ਹੋ ਜਾਣਗੇ। ਸੁਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਾਉ ਦਿਸ ਘੇਰੈ। ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ। ਕਹਿੰਦੇ ਬਹੁਤਾ ਜ਼ਿਆਦਾ ਬੋਲਣਾ ਵੀ ਮਾੜਾ ਹੈ, ਪਹਾੜੀ ਮਿੱਤਰ ਵੀ ਮਾੜਾ ਹੈ, ਕਿਉਂਕਿ ਕਸਮਾਂ ਖਾ ਕੇ ਮੁੱਕਰ ਗਏ ਸਨ। ਇਸ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਪਹਾੜੀ ਮਿੱਤਰ ਵੀ ਮਾੜਾ ਹੈ, ਪਤਾ ਨਹੀਂ ਕਦੋਂ ਧੋਖਾ ਦੇ ਜਾਏ। ਜੋ ਨਾਮ ਹਮੇਸ਼ਾ ਜਪੇ, ਨਾਮ ਨੂੰ ਨਾ ਛੱਡੇ, ਸ਼ਾਸਤਰਾਂ ਨਾਲ ਪਿਆਰ ਕਰੇ, ਐਸਾ ਸਿੱਖ ਮੇਰੀ ਸੰਭਾਲ ਵਿੱਚ ਹੈ। ਜਿੱਦਾਂ ਮਾਪੇ ਪੁੱਤਰ ਸੰਭਾਲਦੇ ਨਾ, ਔਲਾਦ ਧੀਆਂ ਪੁੱਤਰਾਂ ਦੀ ਸੰਭਾਲ ਕਰਦੇ ਨੇ, ਕਹਿੰਦੇ ਐਸਾ ਸਿੱਖ ਜਿਹੜਾ ਉਹਦੀ ਮੈਂ ਸੰਭਾਲ ਕਰਦਾ ਹਾਂ। ਹੁਜਤਾਂ ਤੇ ਤਰਕ ਕਦੇ ਨਹੀਂ ਕਰਨਾ, ਤੇ ਸਿੱਖ ਨੇ ਮੇਰੀ ਕਦੇ ਸੁਗੰਧ ਨਹੀਂ ਖਾਣੀ। ਸਿੱਖ ਨੇ ਗੁਰੂ ਦੀ ਕਦੇ ਕਸਮ ਨਹੀਂ ਖਾਣੀ। ਇੱਕ ਦਿਨ ਸਤਿਗੁਰੂ ਜੀ ਦੀ ਮਰਜ਼ੀ ਵੇਖ ਕੇ ਸੰਗਤ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਸ ਯੁੱਗ ਵਿੱਚ 4 ਵਰਨ ਸਿਰੋਂ ਮੋਨੇ ਦਿਸਦੇ ਨੇ। ਬ੍ਰਾਹਮਣ, ਖੱਤਰੀ, ਸੂਦ, ਵੈਸ਼ ਸਾਰੇ ਮੋਨੇ ਦਿਸਦੇ ਨੇ। ਪਹਿਲੇ ਯੁੱਗਾਂ ਵਿੱਚ ਪੁਰਾਣਾ ਰੂਪ ਦੇ ਵਿੱਚ, ਪ੍ਰਗਟ ਰੂਪ ਦੇ ਵਿੱਚ ਪੁਰਾਣਾ ਵਿੱਚ ਦਰਜ ਹੈ ਕਿ ਜਿਹੜੇ ਪਹਿਲੇ ਯੁੱਗ ਸਨ, ਸਾਰਿਆਂ ਦੇ ਸਿਰਾਂ 'ਤੇ ਕੇਸ ਹੁੰਦੇ ਸਨ, ਦਾੜੀ ਮੁੱਛਾਂ ਵਿਸ਼ੇਸ਼ ਤੌਰ 'ਤੇ ਧਾਰਨ ਕਰਦੇ ਸਨ। ਤੇ ਸਤਿਗੁਰੂ ਜੀ ਇਹ ਮੋਨੇ ਕਿਉਂ ਹੋ ਗਏ ਸਾਰੇ? ਸਾਰਾ ਜਗਤ ਇੱਕ ਸਾਰ ਹੋ ਗਿਆ। ਜੇ ਪੁੱਛਦੇ ਤੇ ਕਹਿੰਦੇ ਕਿ ਸ਼ਾਸਤਰ ਇਸ ਤਰ੍ਹਾਂ ਕਹਿੰਦੇ ਨੇ, ਇਹ ਕਿਵੇਂ ਹੋ ਗਿਆ? ਸਾਨੂੰ ਦੱਸੋ। ਆਪ ਆਪਣੇ ਪੰਥ ਨੂੰ ਕੇਸ ਰਖਵਾਉਂਦੇ ਹੋ ਤੇ ਬਾਕੀ ਸਾਰੇ ਕੇਸ ਕੱਟਦੇ ਨੇ। ਇਹ ਸੁਣ ਕੇ ਸਤਿਗੁਰੂ ਜੀ ਨੇ ਸਾਰਿਆਂ ਦੇ ਨਾਲ ਪ੍ਰਸੰਗ ਸਾਂਝਾ ਕੀਤਾ। ਕਹਿੰਦੇ ਪਾਂਡਵਾਂ ਦੇ ਰਾਜ ਤੋਂ ਬਾਅਦ ਬਹੁਤ ਲੰਮਾ ਸਮਾਂ ਬੀਤ ਗਿਆ। ਇੱਕ ਨੰਦ ਰਾਜਾ, ਉਹਦਾ ਪੁੱਤਰ ਇਸ ਪ੍ਰਿਥਵੀ ਦਾ ਮਾਲਕ ਹੋਇਆ। ਸਾਰੇ ਰਾਜੇ ਨਿਤ ਉਹਨੇ ਜਿੱਤ ਲਏ, ਸਾਰਿਆਂ ਨੂੰ ਜਿੱਤ ਪ੍ਰਾਪਤ ਕਰ ਲਈ, ਜਗਤ ਵਿੱਚ ਆਪਣੀ ਦੁਹਾਈ ਫੇਰ ਦਿੱਤੀ। 4 ਵਰਨ ਉਹਦੀ ਆਗਿਆ ਅਨੁਸਾਰ ਚੱਲੇ। ਪਰਸਰਾਮ ਵਾਂਗੂ ਉਹਨੇ ਬੜੇ ਕਸ਼ਤਰੀ ਮਾਰੇ। ਬਹੁਤ ਲੰਮਾ ਸਮਾਂ ਉਹਨੇ ਰਾਜ ਕੀਤਾ। ਉਹਦਾ ਸਮਾਜ ਤੇ ਸਾਜੋ ਸਮਾਨ ਬੜਾ ਵੱਧ ਗਿਆ। ਸਾਰੇ ਰਾਜਿਆਂ ਦੇ ਨਾਮ ਨਾਲ ਆਨੰਦ ਹੀ ਲੱਗਦਾ ਰਿਹਾ। ਫਿਰ ਰਾਜਿਆਂ ਦੇ ਵਿੱਚ ਇੱਕ ਵੱਡਾ ਬਲਵਾਨ ਰਾਜਾ ਪੈਦਾ ਹੋਇਆ। ਜਿਹੜੇ ਰਾਜੇ ਉਸ ਦੇਸ਼ ਵਿੱਚ ਸਨ, ਉਹਨਾਂ ਨੂੰ ਉੱਥੋਂ ਕੱਢ ਦਿੱਤਾ ਤੇ ਨੰਦ ਵੰਸ਼ ਦਾ ਜਿਹੜਾ ਰਾਜਾ ਸੀ ਉਹ ਡਰ ਗਿਆ, ਕਿਤੇ ਮੇਰਾ ਰਾਜ ਨਾ ਖੋਹ ਲਵੇ। ਬ੍ਰਾਹਮਣਾਂ ਤੋਂ
ਬਰਨੀ ਕਰਵਾ ਕੇ ਮੇਰਾ ਰਾਜ ਦਾ ਨਾਸ ਨਾ ਕਰਵਾ ਦੇਣ। ਇਹ ਨੰਦ ਵੰਸ਼ ਦਾ ਜਿਹੜਾ ਰਾਜਾ ਸੀ ਇਹ ਬੜਾ ਡਰ ਗਿਆ ਤੇ ਲੁਕ ਲੁਕ ਕੇ ਬ੍ਰਾਹਮਣ ਮੰਤਰਾਂ ਦਾ ਜਾਪ ਕਰਦੇ, ਮੇਰਾ ਰਾਜ ਤੇਜ ਸਭ ਖੋਹ ਲੈਣਗੇ। ਉਹਨਾਂ ਨੇ ਆਪਣੇ ਸਾਰੇ ਵਜ਼ੀਰ ਇਕੱਠੇ ਕੀਤੇ ਤੇ ਨੰਦ ਵੰਸ਼ ਦੇ ਰਾਜੇ ਨੇ ਆਪਣੇ ਡਰ ਬਾਰੇ ਉਚਾਰਨ ਕਰਕੇ ਸੁਣਾਇਆ। ਕਹਿਣ ਲੱਗਾ, ਮੈਨੂੰ ਇਸ ਗੱਲੋਂ ਡਰ ਲੱਗਦਾ ਹੈ। ਇੱਥੋਂ ਤੱਕ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਸੀ। ਹੁਣ ਜਿਸ ਤਰ੍ਹਾਂ ਅੱਗੇ ਪ੍ਰਸੰਗ ਆ ਰਿਹਾ ਹੈ, ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ। ਇੱਕ ਵਾਰ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਜੀ। ਮਿਲ ਸਭ ਹਿਣ ਮਿਲ ਸਭ ਹਿਣ ਮਸਲਤ ਮਤ ਤਾਰੇ, ਮੰਤਰ ਸਿੱਧ ਨ ਹੋਏ ਵਿਚਾਰੇ। ਮਿਲ ਸਭ ਹਿਨ ਮਸਲਤ ਮਤ ਧਾਰੀ, ਮੰਤਰ ਸਿੱਧ ਨ ਹੋਏ ਵਿਚਾਰੀ। ਸਾਰਿਆਂ ਨੇ ਮਿਲ ਕੇ ਇਹ ਸਲਾਹ ਕੀਤੀ ਹੈ। ਜਿਹੜਾ ਨੰਦ ਵੰਸ਼ ਦਾ ਰਾਜਾ ਹੈ ਉਹਨੇ ਆਪਣੇ ਮੰਤਰੀਆਂ ਦੇ ਨਾਲ, ਅਹਿਲਕਾਰਾਂ ਦੇ ਨਾਲ ਮਿਲ ਕੇ ਸਲਾਹ ਕੀਤੀ ਹੈ। ਸਾਰਿਆਂ ਨੂੰ ਸੱਦਿਆ ਆਪਣੇ ਕੋਲ ਤੇ ਸਾਰਿਆਂ ਦੇ ਨਾਲ ਆਪਣਾ ਡਰ ਸਾਂਝਾ ਕੀਤਾ ਤੇ ਫਿਰ ਸਲਾਹ ਕੀਤੀ ਕਿ ਜਿਵੇਂ ਬ੍ਰਾਹਮਣਾਂ ਦੇ ਜਿਹੜੇ ਮੰਤਰ ਨੇ ਉਹ ਸਿੱਧ ਨਾ ਹੋਣ, ਇਹ ਸਲਾਹ ਕੀਤੀ ਵੀ ਕੀ ਕੀਤਾ ਜਾਵੇ ਜੀ। ਜਿਬਰ ਵਿਦਿਆ ਜਤ ਪਰ ਬੀਨਾ, ਸਭ ਕੋ ਕੀਜੇ ਕੇਸ ਬਹੀਨਾ। ਜਿਹੜੇ ਬ੍ਰਾਹਮਣ ਮੰਤਰ ਵਿਦਿਆ ਵਿੱਚ ਚਤੁਰ ਹਨ, ਨਿਪੁੰਨ ਹਨ, ਕਹਿੰਦੇ ਉਹਨਾਂ ਦੇ ਜਿਹੜੇ ਕੇਸ ਨੇ ਉਹਨਾਂ ਨੂੰ ਕੱਟ ਦਿਓ, ਉਹਨਾਂ ਨੂੰ ਕੇਸਾਂ ਰਹਿਤ ਕਰ ਦੇਵੋ ਜੀ। ਸੂਤਰ ਸਾਪ ਆਪਣੀ ਦੇਹ ਲਾਏ, ਮੂੰਡੇ ਸੀਸ ਮੰਤਰ ਨਿਪਲਾਏ। ਤੇ ਸਿਰ ਮਨਾਉਣਾ ਸ਼ੂਦਰਪੁਰੇ ਦੀ ਨਿਸ਼ਾਨੀ ਹੈ। ਕਹਿੰਦੇ ਬ੍ਰਾਹਮਣਾਂ ਦੇ ਕੇਸ ਕਤਲ ਕਰਕੇ ਸ਼ੂਦਰਪੁਣੇ ਦੀ ਨਿਸ਼ਾਨੀ ਜੋ ਹੈ ਇਹ ਲਗਾ ਦਿਓ। ਇਸ ਕਰਕੇ ਸਿਰ ਮੁੰਨਣ ਦਾ ਬ੍ਰਾਹਮਣਾਂ ਦੇ ਜਿਹੜੇ ਮੰਤਰ ਨੇ ਉਹ ਜਦੋਂ ਕੇਸ ਕਤਲ ਹੋ ਜਾਣਗੇ ਤੇ ਉਹ ਸਫਲ ਨਹੀਂ ਹੋਣਗੇ ਜੀ। ਬਰਨੇ ਸਿੱਧ ਨ ਕਿਸ ਕੇ ਹੋਏ, ਅਨਕ ਉਪਾਇ ਕਰੇ ਜੇ ਕੋਏ। ਫਿਰ ਕਿਸੇ ਬ੍ਰਾਹਮਣ ਦੀ ਬਰਨੀ ਸਿੱਧ ਨਹੀਂ ਹੋਏਗੀ। ਇੱਕ ਪ੍ਰਕਾਰ ਦੀ ਪੂਜਾ ਹੈ, ਮੰਤਰ ਪੜ੍ਹ ਕੇ ਕਰਦੇ ਨੇ। ਕਹਿੰਦੇ ਬ੍ਰਾਹਮਣ ਦੀ ਜੋ ਬਰਨੀ ਹੈ ਉਹ ਫਿਰ ਸਿੱਧ ਨਹੀਂ ਹੋਏਗੀ, ਕਿਉਂਕਿ ਕੇਸਾਂ ਰਹਿਤ ਹੋ ਗਿਆ। ਜਦੋਂ ਜੇ ਕੋਈ ਅਨੇਕ ਉਪਾਅ ਵੀ ਕਰੇਗਾ ਤਾਂ ਵੀ ਸਫਲਤਾ ਨਹੀਂ ਮਿਲੇਗੀ ਜੀ। ਸੁਨ ਮਹਿਬਤ ਕੇ ਮਨ ਮਹਿ ਪਾਈ, ਜਹ ਕਹਤੇ ਜਲੀਏ ਬੁਲਾਈ। ਇਹ ਸੁਣ ਕੇ ਨੰਦ ਵੰਸ਼ ਦੇ ਰਾਜੇ ਦੇ ਮਨ ਨੂੰ ਗੱਲ ਚੰਗੀ ਲੱਗੀ ਹੈ। ਉਸਨੇ ਜਿੱਥੋਂ ਕਿੱਥੋਂ ਬ੍ਰਾਹਮਣਾਂ ਨੂੰ ਬੁਲਾਉਣਾ ਕੀਤਾ ਜੀ। ਨਿਜ ਬਲ ਕਰਕੇ ਸਿਰ ਮੁੰਡਵਾਏ, ਸਮਤ ਸਮੇਤ ਕੇਸ ਬਿਨ ਸਾਏ। ਆਪਣੀ ਸ਼ਕਤੀ ਕਰਕੇ ਉਹਨੇ ਸਾਰੇ ਬ੍ਰਾਹਮਣਾਂ ਦੇ ਸਿਰ ਜਿਹੜੇ ਸਨ ਉਹ ਮਨਵਾ ਦਿੱਤੇ, ਕੇਸ ਕਤਲ ਕਰਾ ਦਿੱਤੇ। ਦਾੜੀ ਮੁੱਛਾਂ ਸਮੇਤ ਕੇਸ ਕਤਲ ਕਰ ਦਿੱਤੇ ਜੀ। ਕਵੀਆਂ ਕੇ ਸ਼ਲੋਕ ਬਨਵਾਏ, ਬੋ ਗ੍ਰੰਥਨ ਮੈਂ ਦਿਏ ਲਿਖਾਏ। ਤੇ ਉਸ ਤੋਂ ਬਾਅਦ ਕਵੀਆਂ ਤੋਂ ਸ਼ਲੋਕ ਬਣਵਾਏ ਤੇ ਬਹੁਤ ਗ੍ਰੰਥਾਂ ਵਿੱਚ ਲਿਖਵਾ ਦਿੱਤੇ ਜੀ। ਸਭ ਜਗ ਮੰਡਤ ਪਏ ਵਿਪਰ ਜਬ, ਇਹ ਬੇਧਰਮ ਬਖਨਾਏ ਪੇ ਤਬ। ਇਹ ਵੀ ਧਰਮ ਬਖਾਨਤ ਭੇ ਤਬ। ਜਦ ਦੇਸ਼ ਦੇ ਸਾਰੇ ਬ੍ਰਾਹਮਣਾਂ ਦੇ ਸਿਰ ਮੁੰਨੇ ਗਏ, ਕੇਸ ਕਤਲ ਹੋ ਗਏ, ਤਾਂ ਸਿਰ ਮੁੰਨੇ ਬ੍ਰਾਹਮਣ ਇਹ ਸਿਰ ਮੁੰਨਣਾ ਵੀ ਧਰਮ ਦਾ ਕਾਰਜ ਕਹਿਣ ਲੱਗ ਪਏ। ਕਹਿੰਦੇ ਇਹ ਵੀ ਧਰਮ ਦਾ ਕਰਮ ਹੈ, ਹੋਰ ਕੁਝ ਤੇ ਕਰ ਨਾ ਸਕੇ। ਇਹਨੂੰ ਵੀ ਧਰਮ ਕਰਮ ਦੇ ਵਿੱਚ ਉਹਨਾਂ ਨੇ ਸ਼ਾਮਲ ਕਰ ਲਿਆ ਜੀ। ਪੱਠੇ ਸ਼ਲੋਕ ਸੁਨਾਵਨ ਕਰੇ, ਸਤਰੀ ਬੈਸਨ ਕੇ ਕਚ ਹਰੇ। ਜਿਹੜੇ ਸ਼ਲੋਕ ਬਣਵਾਏ ਸਨ ਉਹ ਪੜ੍ਹ ਕੇ ਸੁਣਾਉਂਦੇ ਸਨ ਲੋਕਾਂ,
ਤੇ ਖੱਤਰੀਆਂ ਵੈਸ਼ਾਂ ਦੇ ਸਾਰਿਆਂ ਦੇ ਜਿਹੜੇ ਕੇਸ ਸਨ ਉਹ ਨਾਸ ਕਰ ਦਿੰਦੇ ਸਨ ਜੀ। ਸਗਲ ਲੋਕ ਹੈ ਪਸੂ ਸਮਾਨੇ ਵਿਪਰ ਚੁਗਾਵਨ ਹਾਰ ਮਹਾਨੇ। ਤੇ ਉਸ ਤੋਂ ਬਾਅਦ ਹੀ ਇਹ ਜੋ ਮੁੰਡਨ ਸੰਸਕਾਰ ਹੈ ਉਹ ਬਣਿਆ। ਇਹਨਾਂ ਨੇ ਮਰਿਆਦਾ ਬਣਾਈ, ਸਾਰੇ ਲੋਕ ਪਸ਼ੂਆਂ ਵਾਂਗ ਹੋ ਗਏ। ਬ੍ਰਾਹਮਣ ਮਾਨੋ ਵੱਡੇ ਚਰਵਾਹੇ ਬਣ ਗਏ ਜੀ। ਪਠਨ ਸ਼ਲੋਕ ਲਸਟ ਕਾਹਤੈ ਜਿਤ ਕੋ ਚਹੇ ਚਲਾਵੇ ਤਤਾ। ਹੁਣ ਪਸ਼ੂ ਨੂੰ ਜਦੋਂ ਮੋੜਨਾ ਹੋਵੇ ਜਾਂ ਅੱਗੇ ਤੋਰਨਾ ਹੋਵੇ ਤੇ ਉਹਨੂੰ ਸੋਟਾ ਮਾਰਿਆ ਜਾਂਦਾ ਹੈ। ਤੇ ਇਹ ਬ੍ਰਾਹਮਣ ਕਿਹੜਾ ਸੋਟਾ ਮਾਰਦੇ ਸਨ? ਇਹ ਜਿਹੜੇ ਉਹ ਮੰਤਰ ਪੜ੍ਹ ਕੇ ਮੰਤਰ ਰੂਪੀ ਸੋਟਾ ਮਾਰਦੇ ਸਨ ਤੇ ਜਿਸ ਪਾਸੇ ਚਾਹੁੰਦੇ ਸਨ ਇਹ ਸਾਰਿਆਂ ਨੂੰ ਉਧਰ ਹੀ ਚਲਾ ਦਿੰਦੇ ਸਨ ਜੀ। ਵਿਪਰਨ ਆਪਣੇ ਸਿਰ ਮੁੰਡਵਾਏ ਅਪਰ ਲੋਕ ਮਗ ਇਸੇ ਜਲਾਏ। ਬ੍ਰਾਹਮਣਾਂ ਨੇ ਆਪਣੇ ਸਿਰ ਮਨਵਾ ਲਏ, ਕੇਸ ਕਤਲ ਕਰਵਾ ਲਏ ਤੇ ਲੋਕਾਂ ਨੂੰ ਵੀ ਉਸੇ ਰਾਹ ਚਲਾ ਲਿਆ ਜੀ। ਜਗਤ ਜੋਠ ਕੋ ਅੰਗੀਕਾਰਾ ਸੀਸ ਮਡਾਵਨ ਪੰਥ ਵਿਚਾਰਾ। ਇਸ ਤਰ੍ਹਾਂ ਦੋ ਔਗਣ ਜਿਹੜੇ ਹਿੰਦੁਸਤਾਨ ਵਿੱਚ ਆ ਗਏ। ਇੱਕ ਜਗਤ ਝੂਠ ਤੰਬਾਕੂ ਨੂੰ ਅੰਗੀਕਾਰ ਕਰਨਾ ਤੇ ਦੂਜਾ ਕੇਸਾਂ ਦਾ ਕਤਲ ਕਰਨਾ। ਇਹ ਸਿਰ ਮਨਵਾਉਣ ਦਾ ਜਿਹੜਾ ਰਿਵਾਜ ਚੱਲ ਪਿਆ। ਇਹ ਦੋ ਔਗਣ ਬਹੁਤ ਵੱਡੇ ਆ ਗਏ ਜੀ। ਇਨ ਦੋਨੋਂ ਤੇ ਕਲ ਕੋ ਕਾਲਾ ਜੈ ਕੈ ਦਿਖਤ ਪਇਓ ਗਸਾਲਾ। ਕਹਿੰਦੇ ਇਹ ਜਿਹੜੇ ਦੋ ਹਨ, ਸਿਰ ਮਨਾਉਣਾ ਤੇ ਤੰਬਾਕੂ ਨੂੰ ਅੰਗੀਕਾਰ ਕਰਨਾ, ਇਹ ਕਲਯੁਗ ਦੇ ਵਿੱਚ ਵੱਧ ਗਿਆ। ਜਿੱਥੇ ਕਿੱਥੇ ਵਿਸ਼ਾਲ ਦਿਖਾਈ ਦਿੰਦੇ ਸਨ ਜੀ। ਸੁਨ ਸੰਗਤ ਅਰ ਖਾਲਸਾ ਤਾਂ ਦਿਨ ਤੇ ਅਰ ਰੀਤਾ। ਗੁਰੂ ਜੀ ਸੁਣਾ ਰਹੇ ਹਨ, ਕਹਿੰਦੇ ਇਹ ਸੰਗਤ ਤੇ ਖਾਲਸਾ ਜੀ ਸਾਰੇ ਸੁਣੋ, ਉਸ ਸਮੇਂ ਤੋਂ ਐਸੀ ਰੀਤ ਚੱਲ ਪਈ ਜੀ। ਜਗਤ ਵਿਖੇ ਦਿਨ ਪ੍ਰਤਵਦੀਕ ਲੋਕੀਨ ਬਪਰੀਤਾ। ਜਿਹੜਾ ਕਲਯੁਗ ਦੇ ਉਲਟ ਫੇਰ ਕੀਤਾ ਸੀ ਪ੍ਰਤੀ ਦਿਨ ਉਹ ਵੱਧ ਰਿਹਾ ਹੈ ਜੀ। ਮੈਂ ਪਤ ਦੇਨੋ ਡੰਡ ਜੋ ਸੋ ਅਬ ਧਰਮ ਸਥਾਪ। ਰਾਜੇ ਨੇ ਜਿਹੜਾ ਦੰਡ ਦਿੱਤਾ ਸੀ, ਜਿਹੜੀ ਸਜ਼ਾ ਦਿੱਤੀ ਸੀ, ਲੋਕਾਂ ਨੇ ਉਸ ਨੂੰ ਸਿਰ ਮੰਨਣ ਨੂੰ ਆਪਣਾ ਧਰਮ ਬਣਾ ਲਿਆ ਜੀ। ਜਗਰਤ ਜਗਤ ਅਨੇਕ ਤੇ ਬਨੇ ਚਹੇ ਸਚ ਆਪ। ਅਨੇਕਾਂ ਜੁਗਤਾਂ ਨਾਲ ਝਗੜਦੇ ਸਨ ਤੇ ਆਪਣੇ ਆਪ ਵਿੱਚ ਸੱਚੇ ਬਣਨਾ ਚਾਹੁੰਦੇ ਸਨ ਜੀ। ਚੋਰ ਠਗਨ ਕੇ ਕਾਰਨੇ ਬੰਧਨ ਸੰਗਲ ਕੀਨਾ। ਜਿਵੇਂ ਚੋਰਾਂ ਠੱਗਾਂ ਨੂੰ ਬੰਨ੍ਹਣ ਵਾਸਤੇ ਸੰਗਲ ਬਣਾਉਂਦੇ ਹਨ, ਇਸੇ ਤਰ੍ਹਾਂ ਵਿਦ ਨਖੇਦ ਸੁਰਪੁਰ ਨਰਕ ਜਗ ਲੋਗਣ ਕਉ ਦੀਨ। ਲੋਕਾਂ ਨੂੰ ਬੰਨ੍ਹਣ ਵਾਸਤੇ ਇਹਨਾਂ ਬ੍ਰਾਹਮਣਾਂ ਨੇ ਸਵਰਗ ਤੇ ਨਰਕ ਦੇ ਸੰਗਲ ਦਿੱਤੇ ਜੀ। ਸੰਤ ਭਗਤ ਭਗਵੰਤ ਕੇ ਇਨ ਪਰ ਦੁੰਦ ਨਾ ਜੋਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪੰਗਤੀ ਆਉਂਦੀ ਹੈ ਕਿ ਕਵਣ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ। ਹਮ ਕਾਹੂ ਕੀ ਕਾਣ ਨਾ ਕੱਢਦੇ ਆਪਣੇ ਗੁਰ ਪ੍ਰਸਾਦੀ। ਆਮ ਮਨੁੱਖ ਦੀ ਦੌੜ ਹੈ ਕਿ ਮੈਨੂੰ ਸਵਰਗ ਮਿਲੇ, ਮੈਂ ਨਰਕਾਂ ਵਿੱਚ ਨਾ ਜਾਵਾਂ। ਤੇ ਜਿਹੜੇ ਰੱਬ ਦੇ ਪਿਆਰੇ ਨੇ ਦੋਹਾਂ ਨੂੰ ਹੀ ਠੁਕਰਾ ਦਿੰਦੇ। ਕਹਿੰਦੇ ਸਾਨੂੰ ਇਹਨਾਂ ਦੀ ਮੁਤਾਜੀ ਨਹੀਂ ਹੈ। ਗੁਰੂ ਦੀ ਕਿਰਪਾ ਨਾਲ ਕਬੀਰ ਸਾਹਿਬ ਨੇ ਆਖਿਆ, ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤਰ ਆਦ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ।
ਐਨੀ ਉੱਚੀ ਅਵਸਥਾ ਬਣ ਜਾਣੀ ਕਿ ਮੁਕਤੀ ਵੀ ਥੱਲੇ ਭਸਣੀ। ਕਹਿੰਦੇ ਸੰਤ ਭਗਤ ਜਿਹੜੇ ਨੇ ਉਹ ਰੱਬ ਦੇ ਆਸਰੇ ਰਹਿੰਦੇ ਨੇ। ਸੰਤ ਭਗਤ ਭਗਵੰਤ ਕੇ ਇਨ ਪਰ ਦੁੰਦ ਨਾ ਜੋਏ। ਸੰਤਾਂ ਨੂੰ ਭਗਤਾਂ ਨੂੰ ਭਗਵੰਤ ਇਹਨਾਂ ਦੇ ਸਿਰ ਸਵਰਗ ਨਰਕ ਆਦਿ ਦੇ ਦੁੱਖ ਜੋੜੇ ਨਹੀਂ ਹਨ ਜੀ। ਜਥਾ ਮੁਸਾਹਿਬ ਭੂਪ ਕੇ ਨੈ ਅਟਕੇ ਕਿਤ ਕੋਏ। ਜਿਹੜੇ ਰੱਬ ਦੇ ਪਿਆਰੇ ਨੇ, ਰੱਬ ਨਾਲ ਜੁੜੇ ਰਹਿੰਦੇ ਨੇ, ਉਹਨਾਂ ਦੇ ਜੀਵਨ ਵਿੱਚ ਵੈਸੇ ਹੀ ਦੁੱਖ ਨਹੀਂ ਆਉਂਦਾ, ਲੇਪ ਨਹੀਂ ਲੱਗਦੀ। ਜੇ ਆਵੇ ਤੇ ਉਹ ਦੁੱਖ ਉਹਨਾਂ ਨੂੰ ਦੁਖੀ ਨਹੀਂ ਕਰ ਸਕਦਾ। ਇਤਿਹਾਸ ਗਵਾਹ ਹੈ, ਜਿਨ੍ਹਾਂ ਨੇ ਗੁਰੂ ਦੇ ਸਨਮੁਖ ਆਪਣਾ ਆਪਾ ਵਾਰਿਆ, ਆਪਣਾ ਆਪਾ ਗੁਰੂ ਨੂੰ ਅਰਪਣ ਕਰ ਦਿੱਤਾ, ਕੁਰਬਾਨ ਹੋ ਗਏ ਗੁਰੂ ਤੋਂ। ਇੱਕ ਕਹਾਵਤ ਸੀ, ਨਾ ਤਿੰਨਾਂ ਚੋਂ ਨਾ 13 ਚੋਂ। ਜਿਹੜੇ 13 ਨਾ ਇੱਥੇ, ਉਹ ਈਸਾ ਜੀ ਦੇ ਚੇਲੇ ਸਨ। ਜਦੋਂ ਬਿਪਤਾ ਆਈ ਤੇ ਪਿੱਠ ਦੇ ਕੇ ਦੌੜ ਗਏ। ਜਿਹੜੇ 3 ਸਨ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਿੱਖ, ਉਹਨਾਂ ਨੇ ਆਪਣਾ ਆਪਾ ਵਾਰ ਦਿੱਤਾ। ਹੁਣ ਕਿਤੇ ਐਸਾ ਤਾਂ ਨਹੀਂ ਕਿ ਅਸੀਂ ਪਿੱਠ ਵੀ ਨਹੀਂ ਦੇ ਰਹੇ ਗੁਰੂ ਨੂੰ। 13 ਵਿੱਚ ਵੀ ਗਿਣਤੀ ਨਹੀਂ ਸਾਡੀ, ਕਿਉਂਕਿ ਪਿੱਠ ਨਹੀਂ ਦੇ ਰਹੇ ਤੇ ਗੁਰੂ ਦੀ ਗੱਲ ਵੀ ਨਹੀਂ ਮੰਨ ਰਹੇ। 3 ਵਿੱਚ ਵੀ ਨਹੀਂ ਗਿਣਤੀ। ਕਿਤੇ ਇਹ ਕਹਾਵਤ ਸਾਡੇ ਉੱਤੇ ਲਾਗੂ ਤਾਂ ਨਹੀਂ ਹੁੰਦੀ। ਇਹ ਸੋਚਣ ਵਾਲੀ ਗੱਲ ਹੈ। ਅਸੀਂ 13 ਵਿੱਚ ਗਿਣਤੀ ਨਹੀਂ ਕਰਾਉਣੀ, ਅਸੀਂ 3 ਵਿੱਚ ਕਰਾਉਣੀ ਹੈ। ਗੁਰੂ ਦੇ ਉਪਦੇਸ਼ ਨੂੰ ਮੰਨਣਾ ਹੈ। ਉਹ 3 ਨੇ, ਭਾਈ ਦਿਆਲਾ ਜੀ ਦੇਗ ਵਿੱਚ ਉਬਾਲੇ ਗਏ, ਪਾਣੀ ਪਿਆ ਖਾਏ ਉਬਾਲੇ, ਪਿੰਡੇ ਤੇ ਪਾਉਂਦਾ ਛਾਲੇ। ਭਾਈ ਮਤੀ ਦਾਸ ਜੀ ਆਰੇ ਦੇ ਨਾਲ ਚੀਰੇ ਗਏ। ਭਾਈ ਸਤੀ ਦਾਸ ਨੂੰ ਰੂਹ ਬੰਨ੍ਹ ਕੇ ਅੱਗ ਲਾ ਕੇ ਸਾੜ ਕੇ ਸ਼ਹੀਦ ਕੀਤਾ ਗਿਆ। ਦੁੱਖ ਬੜੇ ਵੱਡੇ ਸਨ, ਪਰ ਉਹਨਾਂ ਨੂੰ ਦੁਖੀ ਨਹੀਂ ਕਰ ਸਕੇ। ਜਥਾ ਮੁਸਾਹਿਬ ਭੂਪ ਕੇ ਨੈ ਅਟਕੈ ਕਿਤ ਕੋਏ। ਜਿਹਦਾ ਰਾਜੇ ਦੇ ਮੁਸਾਹਿਬ ਤੇ ਅਹਿਲਕਾਰ ਉਹਦੇ ਅੱਗੇ ਅਟਕਦੇ ਨਹੀਂ ਹਨ ਜੀ। ਜਿਨ ਜਾਣਿਆ ਤਿਨ ਜਾਣਿਆ, ਬਹੁਤਾ ਕਿਆ ਬਿਖਬਾਦ। ਕਹਿੰਦੇ ਜਿਨ੍ਹਾਂ ਨੇ ਜਾਣ ਲਿਆ ਨਾ, ਉਪਦੇਸ਼ ਦੀ ਕਮਾਈ ਨੂੰ ਸਮਝਿਆ, ਉਹਨਾਂ ਨੇ ਫਿਰ ਅਸਲੀਅਤ ਨੂੰ ਅਨੁਭਵ ਕਰ ਲਿਆ। ਜਿਨ੍ਹਾਂ ਨੂੰ ਸਮਝ ਆ ਗਈ, ਫਿਰ ਉਹ ਚੁੱਪ ਹੋ ਗਏ, ਬੋਲਣ ਜੋਗੇ ਨਹੀਂ ਰਹੇ। ਤੇ ਜਿਹੜਾ ਜ਼ਿਆਦਾ ਹੀ ਬੋਲਦਾ ਹੈ, ਉਹਨੇ ਜਾਣਿਆ ਨਹੀਂ ਹੈ। ਕਬੀਰ ਸਾਹਿਬ ਜੀ ਕਹਿੰਦੇ ਨਾ, ਕਾਹੇ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨੇ ਛਪਾਇਓ। ਤੇ ਇੱਥੇ ਵੀ ਸ਼ਬਦ ਕਵੀ ਸੰਤੋਖ ਸਿੰਘ ਨੇ ਵਰਤਿਆ, ਜਿਨ ਜਾਣਿਆ ਤਿਨ ਜਾਣਿਆ, ਬਹੁਤਾ ਕਿਆ ਬਕਬਾਦ। ਤੇ ਬਕਬਾਦ ਦਾ ਸਹੀ ਅਰਥ ਪਤਾ ਕੀ ਹੈ? ਜਿਹਨੂੰ ਆਪਾਂ ਕਹਿ ਦਿੰਦੇ ਬਕਵਾਸ, ਕਿ ਬਹੁਤਾ ਬੋਲੀ ਜਾਣਾ, ਫਜ਼ੂਲ ਬੋਲੀ ਜਾਣਾ। ਕਹਿੰਦੇ ਜਿਨ ਹਰ ਪਾਇਓ ਤਿਨੇ ਛਪਾਇਓ, ਕਾਹੇ ਰੇ ਬਕਬਾਦ ਲਾਇਓ। ਕਹਿੰਦਾ ਕਿਉਂ ਐਵੇਂ ਬਹੁਤਾ ਬੋਲੀ ਜਾ ਰਿਹਾ ਹੈ? ਜਿਹਨੇ ਰੱਬ ਨੂੰ ਪਾ ਲਿਆ ਉਹ ਬੋਲਣ ਜੋਗਾ ਨਹੀਂ ਰਿਹਾ, ਉਹ ਦੱਸਣ ਜੋਗਾ ਨਹੀਂ ਰਿਹਾ। ਕਹੋ ਕਬੀਰ ਛੂਛਾ ਘੱਟ ਬੋਲੇ, ਘੜਾ ਖਾਲੀ ਹੋਵੇ ਤੇ ਉਹਦੇ ਵਿੱਚੋਂ ਹੀ ਆਵਾਜ਼ ਆਉਂਦੀ ਹੈ। ਜੇ ਅੱਧਾ ਵੀ ਭਰਿਆ ਹੋਵੇ ਤਾਂ ਵੀ ਛੁਲਕਦਾ ਹੈ, ਆਵਾਜ਼ ਆਉਂਦੀ ਹੈ। ਤੇ ਜੇ ਭਰਿਆ ਹੋਏ ਸੋ ਕਮੋਂ ਨਾ ਡੋਲੇ। ਭਰਿਆ ਕਦੇ ਡੋਲਦਾ ਨਹੀਂ, ਕਦੇ ਬੋਲਦਾ ਨਹੀਂ। ਤੇ ਜੇ ਬੋਲ ਰਿਹਾ, ਇਹਦਾ ਭਾਵ ਤੂੰ ਅੰਦਰੋਂ ਖਾਲੀ ਹੈ, ਤੈਨੂੰ ਰੱਬ ਮਿਲਿਆ ਨਹੀਂ। ਤੂੰ ਝੂਠ ਬੋਲ ਕੇ ਲੋਕਾਂ ਨੂੰ ਕਹਿ ਰਿਹਾ ਕਿ ਮੈਨੂੰ ਰੱਬ ਮਿਲ ਗਿਆ ਹੈ।
ਕਰਨੀ ਵਾਲਾ ਤਰ ਜਾਂਦਾ ਹੈ, ਜਿਹੜਾ ਵਿਅਰਥ ਬੋਲਦਾ ਹੈ ਉਹ ਡੁੱਬ ਜਾਂਦਾ ਹੈ। ਇੱਕ ਕਥਨੀ ਹੈ, ਇੱਕ ਕਰਨੀ ਹੈ। ਜਿਹੜਾ ਆਪਾਂ ਬੋਲਦੇ ਆ ਉਹ ਹੈ ਕਥਨੀ, ਤੇ ਉਹਨੂੰ ਅਮਲੀ ਜੀਵਨ ਵਿੱਚ ਲਿਆਉਣਾ ਉਹ ਹੈ ਕਰਨੀ। ਇਸ ਵਾਸਤੇ ਜੇ ਆਪਣਾ ਜੀਵਨ ਨਹੀਂ ਤੇ ਦੂਜੇ ਨੂੰ ਕਿਹਾ ਹੋਇਆ ਫਲੇਗਾ ਨਹੀਂ। ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਫਿਰ ਐਸੀ ਹਾਲਤ ਹੋਏਗੀ। ਕਹਿੰਦੇ ਕਰਨੀ ਵਾਲਾ ਤਰ ਜਾਂਦਾ ਹੈ, ਤੇ ਜਿਹੜਾ ਵਿਅਰਥ ਬੋਲਦਾ ਹੈ ਉਹ ਡੁੱਬ ਜਾਂਦਾ ਹੈ। ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੇ ਸਭ ਸੋਏ। ਐਵੇਂ ਪਰਮਾਤਮਾ ਨਾਲ ਗਿਲੇ ਗੁਜ਼ਾਰੇ ਕਰੀ ਜਾਣੇ ਕਿ ਰੱਬਾ ਚੰਗੀ ਗੱਲ ਕੀਤੀ, ਮੇਰੇ ਤਨ ਤੇ ਬੁਖਾਰ ਹੋ ਗਏ। ਜਾਂ ਗੁਰਦੁਆਰੇ ਆ ਰਹੇ, ਕਿਸੇ ਨੇ ਆਖਿਆ ਨੰਗੇ ਪੈਰੀ ਜਾਣਾ ਚਾਹੀਦਾ, ਉਹਦੇ ਅੱਗੇ ਲੱਗ ਕੇ ਨੰਗੇ ਪੈਰੀ ਤੁਰ ਪਏ। ਤੇ ਦਸਮ ਗ੍ਰੰਥ ਵਿੱਚ ਵੀ ਬਚਨ ਆਉਂਦਾ, ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ ਵੀ ਕਿਹਾ ਹੈ ਗੁਰੂ ਸਾਹਿਬਾਨਾਂ ਨੇ। ਜੇ ਕੋਈ ਨੰਗੇ ਪੈਰੀ ਤੁਰਦਾ ਹੈ ਤੇ ਆਪਣਾ ਕੀਤਾ ਆਪ ਪਾ ਰਹੇ। ਜੇ ਠੇਡਾ ਲੱਗ ਗਿਆ ਤੇ ਰੱਬ ਨੂੰ ਲਾਂਭਾ, ਜੇ ਠੇਡਾ ਲੱਗ ਗਿਆ ਤੇ ਫਿਰ ਰੱਬ ਨੂੰ ਲਾਂਭਾ ਦਿੰਦਾ ਹੈ। ਚੰਗੀ ਗੱਲ ਕੀਤੀ, ਮੈਂ ਤੇ ਗੁਰਦੁਆਰੇ ਜਾ ਰਿਹਾ ਸੀ, ਹੁਣ ਰੱਬ ਨੇ ਤੈਨੂੰ ਅੱਖਾਂ ਦੇ ਦਿੱਤੀਆਂ, ਵੇਖ ਕੇ ਚੱਲਣਾ ਤੇਰਾ ਫਰਜ਼ ਹੈ। ਉਹਨਾਂ ਨੂੰ ਪੁੱਛ ਜਿਨ੍ਹਾਂ ਕੋਲ ਨੇਤਰ ਹੈ ਨਹੀਂ, ਫਿਰ ਤੇਰੇ ਨਾਲੋਂ ਤੇ ਉਹ ਚੰਗੇ ਨੇ। ਟੋਣੀ ਨਾਲ ਟੋ ਟੋ ਕੇ ਅੱਗੇ ਵੇਖ ਤੇ ਲੈਂਦੇ ਨੇ ਨਾ, ਕੋਈ ਚੀਜ਼ ਤੇ ਨਹੀਂ ਪਈ। ਤੈਨੂੰ ਅੱਖਾਂ ਦਿੱਤੀਆਂ, ਪ੍ਰਕਾਸ਼ ਦਿੱਤਾ, ਤੂੰ ਫਿਰ ਵੀ ਠੇਡੇ ਖਾਨਾ ਹੈ, ਤੇ ਇਹਦੇ ਵਿੱਚ ਰੱਬ ਦਾ ਕਸੂਰ ਨਹੀਂ, ਕਸੂਰ ਤੇਰਾ ਹੈ। ਜਿਹੜਾ ਵਿਅਰਥ ਬੋਲਦਾ, ਜਿਹਦੇ ਪੱਲੇ ਕੇਵਲ ਕਥਨੀ ਹੈ, ਉਹ ਡੁੱਬ ਜਾਂਦਾ ਹੈ ਜੀ। ਸਗਲ ਏਸਤਾ ਗਿਆਨ ਕੀ ਭਗਤ ਰਾਜ ਕੀ ਮੰਡ। ਗਿਆਨ ਦੀ ਪ੍ਰਾਪਤੀ ਸਾਰੀ ਈਸ਼ਵਰਤਾ ਹੈ। ਭਗਤੀ ਦੀ ਪ੍ਰਾਪਤੀ ਜਿਹੜੀ ਉਹ ਪ੍ਰਤਾਪ ਨੂੰ ਵਧਾਉਂਦੀ ਹੈ ਜੀ। ਜੋਤ ਵਿਕਾਰ ਪਰ ਜਾ ਸਰਬ ਵਿਪਲ ਦੁਖ ਕ੍ਰਮ ਕੰਡਾ। ਕਹਿੰਦੇ ਹੋਰ ਸਾਰੀ ਪ੍ਰਜਾ ਜੋ ਵਿਕਾਰਾਂ ਸਹਿਤ ਹੈ ਉਹ ਮਹਾਨ ਦੁੱਖ ਵਿੱਚ ਹੈ ਜੀ। ਤੀਰਥ ਜਪ ਤਪ ਦਖਣਾ ਨੇਮ ਸੰਜਮ ਅਰਦਾਨ। ਤੀਰਥ ਹੈ, ਜਪ ਤਪ ਹੈ, ਦਸ਼ਨਾ ਦੇਣਾ, ਨੇਮ ਕਰਨੇ, ਸੰਜਮ ਵਿੱਚ ਰਹਿਣਾ, ਦਾਨ ਦੇਣੇ, ਇਹ ਜਿੰਨੇ ਵੀ ਕਰਮ ਹਨ ਜੀ। ਵਰਨਾ ਸਮ ਇਹ ਵੇਦ ਵਿਦ ਰਚਿਓ ਵਿਦਾਤੇ ਥਾਨ। ਵਰਨ ਆਸ਼ਰਮ ਲਈ ਇਹ ਵਿਧੀ ਬ੍ਰਹਮਾ ਨੇ ਵੇਦਾਂ ਰਚ ਕੇ, ਵੇਦਾਂ ਨੂੰ 4 ਵੇਦ ਨੇ, ਉਹਨਾਂ ਨੂੰ ਰਚ ਕੇ ਮਰਿਆਦਾ ਬੰਨੀ ਹੈ ਜੀ। ਮਨ ਕੋ ਮਨ ਇੰਦਰਨ ਇੰਦਰ ਮਤ ਮੋ ਮਤ ਅਨੁਰਾਗ। ਮਨ ਨੂੰ ਮਨ ਤੇ ਇੰਦਰੀਆਂ ਨੂੰ ਇੰਦਰੀ, ਤੇ ਬੁੱਧੀ ਵਿੱਚ ਬੁੱਧੀ ਨੂੰ ਹੀ ਸੱਚ ਸਮਝ ਕੇ ਅਕਥ ਰਹਿਣਾ ਈਸ਼ਵਰ ਦੀ ਭੇਦਤਾ ਹੈ। ਇਹ ਜੋ ਜੀਵ ਈਸ਼ਵਰ ਦੀ ਭੇਦਤਾ ਹੈ ਮੂਰਖ ਦੇ ਹਿਰਦੇ ਨੂੰ ਲੱਗ ਰਹੀ ਹੈ, ਉਹ ਕਹਿੰਦਾ ਵੀ ਮੈਂ ਰੱਬ ਤੋਂ ਵੱਖਰੀ ਹਸਤੀ ਹਾਂ। ਇੰਦਰੀਆਂ ਦੇ ਪਿੱਛੇ ਮਨ, ਤੇ ਮਨ ਦੇ ਪਿੱਛੇ ਬੁੱਧੀ ਹੈ, ਤੇ ਬੁੱਧੀ ਦੇ ਪਿੱਛੇ ਇਹਨਾਂ ਦੇ ਪ੍ਰੇਰਕ ਆਤਮਾ ਨੂੰ ਸਮਝ ਨਾ ਸਕਣਾ, ਇਹ ਭੇਦ ਬੁੱਧੀ ਹੈ। ਸਾਹਿਬ ਸਿੰਘ ਨੂੰ ਭਾਈ ਰਾਮ ਕੋਇਰ ਜੀ ਕਹਿੰਦੇ ਕਿ ਉਹ ਕਥਾ ਸੁਣਾ ਰਹੇ ਹਨ ਗੁਰੂ ਸਾਹਿਬ ਜੀ ਦੀ, ਵੀ ਤੂੰ ਹੁਣ ਜਾਣ ਲੈ ਕੇ ਸਾਨੂੰ ਦਵੈਤ ਨਹੀਂ ਦਿਸਦੀ। ਸਤਿਗੁਰੂ ਜੀ ਦੇ ਦਰਸ਼ਨ ਪ੍ਰਾਪਤ ਹੋ ਜਾਣ ਕਰਕੇ ਦਿਨ ਰਾਤ ਹਰ ਵੇਲੇ ਰਸ ਵਿੱਚ ਰਹਿੰਦਾ ਹੈ ਜੀ। ਰਾਮ ਕੋਰ ਪਾਈ ਪਨੈ ਪਿਖਿਓ ਆਤਮਾ ਰੂਪ। ਭਾਈ ਰਾਮ ਕੋਇਰ ਜੀ ਕਹਿੰਦੇ
ਕਿ ਆਤਮਾ ਰੂਪ ਵੇਖ ਲਿਆ ਹੈ ਜੀ। ਮਰਨ ਜਾਏ ਨਾ ਜੇ ਕਛੋ ਪਰਮ ਆਨੰਦ ਅਨੂਪਾ। ਇਹ ਜੋ ਅਨੂਪਮ ਪਰਮ ਆਨੰਦ ਹੁਣ ਵਰਣਨ ਨਹੀਂ ਕੀਤਾ ਜਾ ਸਕਦਾ ਜੀ। ਸੁਨ ਕੇ ਨੈ ਸੰਸੇ ਪਏ ਸਿਰ ਮੁਖ ਤੇ ਸਭ ਬਾਤ। ਸਤਿਗੁਰੂ ਜੀ ਦੇ ਮੁਖ ਤੋਂ ਜਿਹੜੇ ਸਿੱਖ ਬੈਠੇ ਹੋਏ ਸਨ, ਭਾਈ ਰਾਮ ਕੋਇਰ ਜੀ ਕਹਿੰਦੇ ਵੀ ਸਾਰੀ ਗੱਲ ਸੁਣ ਕੇ ਸਾਰੇ ਜਿਹੜੇ ਉਹ ਸੰਸੇ ਰਹਿਤ ਹੋ ਗਏ ਜੀ। ਬਾਹਰ ਉਠੇ ਦੇਖਣ ਲੱਗੇ ਹੈ ਬੇਗੀ ਸੰਬਾਤ। ਫਿਰ ਇੱਕ ਘੋੜਾ ਹੈ, ਉਸ ਨੂੰ ਗੁਰੂ ਸਾਹਿਬ ਜੀ ਬੇਗੀ ਨਾਮਾ ਜਿਹੜਾ ਘੋੜਾ ਹੈ ਉਸ ਨੂੰ ਵੇਖਣ ਲੱਗੇ ਹਨ, ਜਿਹੜਾ ਹਵਾ ਵਾਂਗ ਤਿੱਖਾ ਸੀ, ਭਾਵ ਬਹੁਤ ਤੇਜ਼ ਦੌੜਦਾ ਸੀ ਜੀ। ਇਸ ਪ੍ਰਕਾਰ ਸਿੱਖਣ ਉਪਦੇਸੈ ਸੁਨ ਤਾਰੇ ਜੇ ਭਾਗ ਵਸੈ। ਇਸ ਪ੍ਰਕਾਰ ਗੁਰੂ ਜੀ ਸਿੱਖਾਂ ਨੂੰ ਉਪਦੇਸ਼ ਦਿੰਦੇ ਸਨ। ਉਤਮ ਭਾਗਾਂ ਵਾਲੇ ਗੁਰੂ ਜੀ ਦਾ ਉਪਦੇਸ਼ ਸੁਣ ਕੇ ਹਿਰਦੇ ਵਿੱਚ ਧਾਰ ਲੈਂਦੇ ਸਨ ਜੀ। ਵਹਿਰ ਅਖੇਰ ਬ੍ਰਿਤ ਕੋ ਕਰੈ ਸੰਗ ਖਾਲਸਾ ਬਨ ਮੈਂ ਫਿਰੈ। ਫਿਰ ਬਾਹਰ ਸ਼ਿਕਾਰ ਖੇਡਣ ਵਾਸਤੇ ਚਲੇ ਜਾਂਦੇ ਸਨ, ਖਾਲਸੇ ਦੇ ਨਾਲ ਜੰਗਲ ਵਿੱਚ ਫਿਰਦੇ ਸਨ ਜੀ। ਕੇਤਕ ਗ੍ਰਾਮ ਸੀਨ ਕਰ ਲੀਨੇ ਕੇਤਕ ਪੇਟ ਦੇਹ ਡਰ ਪੀਨੇ। ਕਈ ਪਿੰਡਾਂ ਦੇ ਲੋਕ ਜਿਨ੍ਹਾਂ ਨੇ ਸੰਗਤਾਂ ਨੂੰ ਦੁੱਖ ਦਿੱਤਾ ਸੀ, ਜਦੋਂ ਗੁਰੂ ਦਰਬਾਰ ਵਿੱਚ ਆਉਂਦੀਆਂ ਸਨ ਤੇ ਉਹਨਾਂ ਨੂੰ ਲੁੱਟ ਲੈਂਦੇ ਸਨ। ਉਹ ਸੰਗਤਾਂ ਨੂੰ ਦੁੱਖ ਦੇਣ ਵਾਲੇ ਪਿੰਡਾਂ ਨੂੰ ਖੋਹ ਲਿਆ ਸੀ। ਕਈ ਡਰ ਮੰਨ ਕੇ ਭੇਟ ਕਰ ਦਿੰਦੇ ਸਨ ਜੀ। ਜਿਨੇ ਮਿਲੇ ਗਰਭ ਕੁਸ ਧਰੈ ਤਿਨਹਿ ਹਿਤ ਬਿੰਦ ਖਾਲਸਾ ਚਰੈ। ਜਿਹੜੇ ਆ ਕੇ ਨਹੀਂ ਸੀ ਮਿਲਦੇ, ਅਹੰਕਾਰ ਧਾਰਨ ਕਰਦੇ ਸਨ, ਉਹਨਾਂ ਵਾਸਤੇ ਬਹੁਤ ਖਾਲਸੇ ਨੂੰ ਨਾਲ ਲੈ ਕੇ ਚੜ੍ਹਾਈ ਕਰ ਦਿੰਦੇ ਸਨ ਜੀ। ਹਰੇ ਸ਼ਿਕਾਰ ਤਹਾਂ ਮਨ ਪਾਇਓ ਪਾਜੇ ਤਜੇ ਗ੍ਰਾਮ ਡਰ ਪਾਇਓ। ਉਥੇ ਮਨ ਭਾਉਂਦਾ ਸ਼ਿਕਾਰ ਕਰਦੇ ਸਨ ਤੇ ਡਰਦੇ ਮਾਰੇ ਲੋਕ ਪਿੰਡ ਛੱਡ ਕੇ ਚਲੇ ਜਾਂਦੇ ਸਨ ਜੀ। ਲਿਖੀ ਬੜਾਏ ਪੁੰਜ ਲੈ ਆਵੇ ਆਨੰਦਪੁਰ ਤਰੰਗ ਸੋਖਾਵੇ। ਫਸਲ ਕਟਵਾ ਕੇ ਲੈ ਆਉਂਦੇ ਸਨ ਉਹਨਾਂ ਦੀ, ਘੋੜੇ ਉਹਨਾਂ ਨੂੰ ਫਸਲ ਨੂੰ ਆਨੰਦ ਦੇ ਨਾਲ ਖਾਂਦੇ ਸਨ। ਇਹ ਉਹਨਾਂ ਪਿੰਡਾਂ ਦੀ ਗੱਲ ਹੈ ਜਿਹੜੇ ਪਿੰਡਾਂ ਨੇ ਸੰਗਤਾਂ ਨੂੰ ਲੁੱਟਿਆ। ਜਦੋਂ ਗੁਰੂ ਦਰਬਾਰ ਵਿੱਚ ਭੇਟਾਵਾਂ ਲੈ ਕੇ ਆਉਂਦੀਆਂ ਸਨ ਤੇ ਰਸਤੇ ਵਿੱਚ ਸੰਗਤ ਨੂੰ ਲੁੱਟ ਕੇ ਸਾਰਾ ਧਨ ਪਦਾਰਥ ਭੇਟਾਵਾਂ ਉਹਨਾਂ ਸੰਗਤਾਂ ਤੋਂ ਖੋਹ ਲਈਆਂ ਤੇ ਫਿਰ ਗੁਰੂ ਸਾਹਿਬ ਜੀ ਦੇ ਖਾਲਸੇ ਨੇ ਜਾ ਕਰਕੇ ਉਹਨਾਂ ਪਿੰਡਾਂ ਨੂੰ ਲੁੱਟਿਆ ਸੀ। ਉਹਨਾਂ ਨੂੰ ਦੰਡ ਦਿੱਤਾ, ਸਜ਼ਾ ਦਿੱਤੀ ਸੀ ਕਿ ਭਾਈ ਗੁਰੂ ਦੀ ਸੰਗਤ ਦੇ ਨਾਲ ਕੋਈ ਮਾੜਾ ਵਿਹਾਰ ਕਰੇ, ਇਹ ਗੁਰੂ ਨੂੰ ਭਾਉਂਦਾ ਨਹੀਂ, ਉਹਨੂੰ ਦੰਡ ਜ਼ਰੂਰ ਮਿਲੇਗਾ ਜੀ। ਭੀਮ ਚੰਦ ਦੇਖੇ ਦੁਖ ਲਹੈ ਅਰ ਨਹਿ ਸਕੇ ਤਰਾਸ ਮਨ ਲਹੈ। ਹੁਣ ਇਹ ਇਲਾਕਾ ਭੀਮ ਚੰਦ ਦਾ ਹੈ ਤੇ ਭੀਮ ਚੰਦ ਵੇਖ ਕੇ ਬੜਾ ਦੁਖੀ ਹੁੰਦਾ ਹੈ, ਪਰ ਲੜ ਨਹੀਂ ਸੀ ਸਕਦਾ ਕਿਉਂਕਿ ਮਨ ਵਿੱਚ ਡਰਦਾ ਸੀ ਜੀ। ਅਨਗੀ ਤਰ ਰਸ ਵੀਰ ਮਝਾਰਾ ਚਹੇ ਜੰਗ ਕੋ ਸਦਾ ਅਕਾਰਾ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਦਾ ਵੀਰ ਰਸ ਵਿੱਚ ਰਹਿੰਦੇ ਸਨ। ਉਹ ਸਦਾ ਜੰਗ ਦਾ ਅਖਾੜਾ ਲਾਉਣਾ ਚਾਹੁੰਦੇ ਸਨ ਜੀ। ਸਿੰਘਨ ਕੋ ਨਿਤ ਲਰਨ ਸੁਖਾਵਨ ਤੁਰ ਕਨ ਕਨ ਸਨ ਬੈਰ ਬਦਾਵਨ। ਸਿੰਘਾਂ ਨੂੰ ਨਿਤ ਸ਼ਾਸਤਰ ਅਭਿਆਸ ਕਰਵਾਉਂਦੇ ਰਹਿੰਦੇ ਸਨ। ਜੋ ਪਿੱਛੇ ਸਿੰਘ ਸਾਹਿਬ ਨੇ ਬਚਨ ਕਿਹਾ ਸੀ ਕਿ ਸਾਰਿਆਂ ਨੂੰ ਸ਼ਾਸਤਰ ਰਵਾਇਤੀ ਰੱਖਣੇ ਚਾਹੀਦੇ, ਅਭਿਆਸ ਕਰਨਾ ਚਾਹੀਦਾ। ਜਿਸ ਵਿਦਿਆ ਨੂੰ ਗਤਕਾ ਵਿਦਿਆ ਕਹਿੰਦੇ ਹਨ। ਸਾਰੇ ਤੁਰਕਾਂ ਨਾਲ
ਇਹ ਵੈਰ ਵਧਾਉਂਦੇ ਨੇ, ਕਹਿ ਕਹਿ ਕੇ ਚੁਗਲੀਆਂ ਕਰ ਕਰਕੇ ਪਹਾੜੀ ਰਾਜੇ। ਸਿੰਘ ਜਦੋਂ ਯੁੱਧ ਕਰਨਗੇ ਤਾਂ ਫੇਰ ਹੀ ਪੰਥ ਬਚੇਗਾ, ਤੇ ਜੇ ਕਬੂਤਰ ਵਾਂਗੂ ਅੱਖਾਂ ਮੀਟ ਕੇ ਕੰਮ ਸਰਦਾ ਹੋਵੇ ਤੇ ਫਿਰ ਗੁਰੂ ਸਾਹਿਬ ਜੀ ਕਦੇ ਨਾ ਕਹਿੰਦੇ ਵੀ ਸ਼ਾਸਤਰ ਅਭਿਆਸ ਕਰੋ। ਕਬੂਤਰ ਕੀ ਕਰਦਾ ਹੈ, ਜਦੋਂ ਬਿੱਲੀ ਆਉਂਦੀ ਤੇ ਅੱਖਾਂ ਬੰਦ ਕਰ ਲੈਂਦਾ, ਕਹਿੰਦਾ ਹੁਣ ਮੈਨੂੰ ਬਿੱਲੀ ਦਿਸਦੀ ਨਹੀਂ ਤੇ ਬਿੱਲੀ ਨਹੀਂ ਹੈਗੀ। ਪਤਾ ਉਦੋਂ ਲੱਗਦਾ ਜਦੋਂ ਝਪਟ ਮਾਰ ਕੇ ਉਹਦਾ ਸ਼ਿਕਾਰ ਕਰ ਲੈਂਦੀ। ਇਸ ਵਾਸਤੇ ਗੁਰੂ ਸਾਹਿਬ ਨੇ ਸ਼ਾਸਤਰ ਅਭਿਆਸ ਸਾਨੂੰ ਇਹ ਵਿਦਿਆ ਦਿੱਤੀ, ਤੇ ਜੇ ਵਿਦਿਆ ਸੀ ਤੇ ਗੁਰੂ ਦੇ ਖਾਲਸੇ ਨੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ, ਜਦੋਂ ਕਹਿੰਦੇ ਸਿੰਘਾਂ ਦੇ 12 ਵੱਜ ਗਏ, ਉਹ 12 ਇਸ ਤਰ੍ਹਾਂ ਵੱਜਦੇ ਸਨ। ਰਾਤ ਦੇ 12 ਵਜੇ ਸਿੰਘ ਜਾ ਕੇ ਹੱਲਾ ਬੋਲਦੇ ਸਨ ਦੁਸ਼ਮਣ ਤੇ, ਦੁਸ਼ਮਣ ਨੂੰ ਲੁੱਟਦੇ ਸਨ। ਹਿੰਦੁਸਤਾਨ ਦੀਆਂ ਬਹੁ ਬੇਟੀਆਂ ਕਈ ਵਾਰੀ ਛਡਾ ਕੇ ਬਾ ਇੱਜ਼ਤ ਉਹਨਾਂ ਦੇ ਘਰੋਂ ਘਰ ਪਹੁੰਚਾਈਆਂ ਗੁਰੂ ਦੇ ਖਾਲਸੇ ਨੇ। ਜੇ ਸਿੰਘਾਂ ਦੇ 12 ਨਾ ਵੱਜਦੇ ਤੇ ਅੱਜ ਦੇ ਸਮੇਂ ਮੰਦਰਾਂ ਦੀ ਜਗ੍ਹਾ ਮਸਜਿਦਾਂ ਹੋਣੀਆਂ ਸੀ। ਫਿਰ ਇਸ ਤਰ੍ਹਾਂ ਮੰਦਰ ਤੇ ਨਾ ਮੰਦਰਾਂ ਵਿੱਚ ਟੱਲ ਖੜਕਣੇ ਸਨ, ਕਿਉਂਕਿ ਔਰੰਗਜ਼ੇਬ ਨੇ ਤੇ ਕਹਿ ਦਿੱਤਾ ਸੀ ਕਿ ਇੱਕ ਹੀ ਧਰਮ ਹੋਏਗਾ, ਉਹ ਹੋਏਗਾ ਇਸਲਾਮ, ਤੇ ਉਹਨੇ 1.25 ਮਣ ਰੋਜ਼ ਦੇ ਜੰਝੂ ਵੀ ਲਾਉਣੇ ਸ਼ੁਰੂ ਕਰ ਦਿੱਤੇ। ਇਹ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਖਿਆ ਵੀ ਜਾਓ ਉਹਨੂੰ ਕਹਿ ਦਿਓ ਸਾਨੂੰ ਇਸਲਾਮ ਕਬੂਲ ਕਰਾ ਕੇ ਵੇਖੇ, ਤੇ ਜੇ ਸਾਨੂੰ ਇਸਲਾਮ ਕਬੂਲ ਕਰਾਉਣ ਵਿੱਚ ਉਹ ਕਾਮਯਾਬ ਹੋ ਗਿਆ ਤੇ ਸਾਰੇ ਹਿੰਦੁਸਤਾਨੀ ਇਸਲਾਮ ਵਿੱਚ ਆ ਜਾਣਗੇ। ਇੱਕ ਵਾਰੀ ਤੇ ਬੜਾ ਖੁਸ਼ ਹੋਇਆ ਸੀ, ਪਰ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਹਨ। ਔਰੰਗਜ਼ੇਬ ਹਾਰ ਗਿਆ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਜਿੱਤ ਹੋਈ ਸੀ। ਇੱਥੇ ਕਵੀ ਜੀ ਬੜੇ ਪਿਆਰ ਦੇ ਨਾਲ ਸਾਰੀ ਗੱਲ ਸਮਝਾਉਂਦੇ ਨੇ ਕਿ ਗੁਰੂ ਸਾਹਿਬ ਜੀ ਸਿੰਘਾਂ ਨੂੰ ਸ਼ਾਸਤਰ ਵਿਦਿਆ ਸਿਖਾਉਂਦੇ ਹਨ ਜੀ। रण जे करत रहे वो पंथा सब शस्त्रन की सिखे संथा। ਸਿੰਘ ਜੇ ਯੁੱਧ ਕਰਨਗੇ, ਯੁੱਧ ਵਿੱਚ ਨਿਪੁੰਨ ਹੋਣਗੇ ਤਾਂ ਪੰਥ ਰਹੇਗਾ। ਸਭ ਸਿੰਘਾਂ ਨੂੰ ਸ਼ਾਸਤਰ ਚਲਾਉਣ ਦੀ ਸਿੱਖਿਆ ਦਿੰਦੇ ਸਨ ਜੀ। युद्ध करन हथियारन मारे तो सत बल ते राज संभारे। ਯੁੱਧ ਕਰਨ ਵਾਸਤੇ ਹਥਿਆਰ ਚਲਾਉਣਗੇ, ਫਿਰ ਹੀ ਸ਼ਕਤੀ ਨਾਲ ਧਰਤੀ ਦਾ ਰਾਜ ਸੰਭਾਲਣਗੇ ਜੀ। यह आसे सतगुर के मन को जिस ते चित चाहत नितरन को। ਸਤਿਗੁਰੂ ਜੀ ਦੇ ਮਨ ਦਾ ਇਹੋ ਆਸ਼ਾ ਸੀ, ਜਿਨ੍ਹਾਂ ਦਾ ਚਿੱਤ ਸਦਾ ਯੁੱਧ ਕਰਨ ਨੂੰ ਤੇ ਯੁੱਧ ਅਭਿਆਸ ਵਿੱਚ ਰਹਿੰਦਾ ਸੀ ਜੀ। जाते अनेक प्रकार बखेरा पर्वत पत कुंजन सन चेरा। ਇਸ ਕਰਕੇ ਅਨੇਕ ਪ੍ਰਕਾਰ ਦਾ ਜੋ ਬਖੇੜਾ ਸੀ, ਸਾਰੇ ਪਹਾੜੀ ਰਾਜਿਆਂ ਨਾਲ ਝਗੜਾ ਸੀ ਜੀ। रासत होए लड़त न कोई तुर्कन की सहाय सह सोई। ਪਹਾੜੀ ਰਾਜਿਆਂ ਵਿੱਚੋਂ ਕੋਈ ਡਰਦਾ ਮਾਰਾ ਲੜਦਾ ਨਹੀਂ ਸੀ, ਕਿਉਂਕਿ ਅੱਗੇ ਬੜੀ ਵੱਡੀ ਉਹਨਾਂ ਦੀ ਹਾਰ ਹੋ ਗਈ ਹੈ। ਉਹ ਸਾਰੇ ਤੁਰਕਾਂ ਦੀ ਸਹਾਇਤਾ ਲੈਣੀ ਚਾਹੁੰਦੇ ਸਨ ਜੀ। गर्भ पठावत रहे विशाला जात वकील सुनाए कुचला। ਤੁਰਕਾਂ ਨੂੰ ਬਹੁਤ ਧਨ ਭੇਜਦੇ ਰਹਿੰਦੇ ਸਨ ਪਹਾੜੀ ਰਾਜੇ। ਉਹਨਾਂ ਦੇ ਦੂਤ ਜਾ ਕੇ ਤੁਰਕਾਂ ਨੂੰ ਭੈੜੀਆਂ ਚਾਲਾਂ ਸੁਣਾਉਂਦੇ ਰਹਿੰਦੇ ਸਨ ਜੀ। अब रंग निकट कतेक सुधावे को सुबीन समीप सुनावे। ਕਈ ਔਰੰਗਜ਼ੇਬ ਦੇ ਪਾਸ ਜਾਂਦੇ ਸਨ, ਕਈ ਸੂਬਿਆਂ ਦੇ ਪਾਸ ਜਾ ਕੇ ਆਪਣਾ ਦੁੱਖ ਸੁਣਾਉਂਦੇ ਸਨ ਜੀ। दस में गुरु तारी तुम राज
ਕਾਜ ਕਰਨ ਕੋ ਸੀਨਤ ਭੂਮਾ। ਦਸਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੀ ਧੁੰਮ ਮਚਾਈ ਹੋਈ ਹੈ। ਰਾਜ ਕਰਨ ਕੋ ਛੀਨਤ ਭੂਮ, ਉਹ ਸਾਡੀ ਸਾਰੀ ਜ਼ਮੀਨ ਖੋਹਣਾ ਚਾਹੁੰਦੇ ਹਨ ਜੀ। ਗਿਰ ਕੇ ਦੇਸ਼ ਜਗਰਾਮ ਉਜਾਰੇ, ਲੂਟੇ ਕੂਟੇ ਸਭ ਹਮਹਾਰੇ। ਤੇ ਨਾਲ ਜਾ ਕੇ ਕਹਿੰਦੇ ਸਨ ਕਈ ਪਿੰਡ ਉਜਾੜ ਦਿੱਤੇ ਨੇ ਉਹਨਾਂ ਨੇ, ਲੁੱਟਦੇ ਕੁੱਟਦੇ ਹਨ, ਅਸੀਂ ਮਾਰ ਖਾ ਖਾ ਕੇ ਹਾਰ ਗਏ ਹਾਂ ਜੀ। ਇਸ ਪ੍ਰਕਾਰ ਨਿਤ ਕਰਤੇ ਰਹੇ, ਗੁਰ ਸਨ ਸੰਦ ਬਰਤਾ ਕਹੈ। ਇਸ ਪ੍ਰਕਾਰ ਸਦਾ ਪੁਕਾਰ ਕਰਦੇ ਰਹਿੰਦੇ ਸਨ, ਤੁਰਕਾਂ ਦੇ ਪਾਸ, ਔਰੰਗਜ਼ੇਬ ਦੇ ਪਾਸ, ਦੂਸਰੇ ਸੂਬਿਆਂ ਦੇ ਪਾਸ। ਇਧਰ ਗੁਰੂ ਜੀ ਦੇ ਨਾਲ ਮੇਲ ਕਰਨ ਦੀ ਵਾਰਤਾ ਕਰਦੇ ਸਨ ਜੀ। ਨਹੀਂ ਕੇਤਕ ਸਮਾਂ ਬਤਾਇਓ, ਸੂਰਜ ਗ੍ਰਹਿਣ ਪਰਬ ਦਿਨ ਆਇਓ। ਇਸ ਪ੍ਰਕਾਰ ਕਾਫੀ ਸਮਾਂ ਬਤੀਤ ਕੀਤਾ ਹੈ। ਫਿਰ ਕਹਿੰਦੇ ਕਿ ਇਹ ਜੋ ਕਦੇ ਕਦੇ ਕੁਦਰਤੀ ਤੌਰ 'ਤੇ ਹੈ, ਹਿੰਦੁਸਤਾਨ ਦੇ ਵਿੱਚ ਹਿੰਦੂ ਧਰਮ ਇਹਨਾਂ ਗੱਲਾਂ ਨੂੰ ਮੰਨਦਾ ਹੈ ਤੇ ਗੱਲ ਰਾਜਿਆਂ ਦੀ ਚੱਲ ਰਹੀ ਹੈ। ਕਹਿੰਦੇ ਫਿਰ ਸੂਰਜ ਗ੍ਰਹਿਣ ਦਾ ਸਮਾਂ ਆ ਗਿਆ ਜੀ। ਮੁਸਕ ਸੈਨ ਲੈ ਸਿੰਘਨ ਕੇਰੀ, ਪਏ ਤਿਆਰ ਚਲ ਭੇਟ ਸਵੇਰੀ। ਤੇ ਇਸ ਜੀ ਸਮੇਂ 'ਚ ਕੁਝ ਸੈਨਾ ਗੁਰੂ ਸਾਹਿਬ ਜੀ ਨੇ ਸਿੰਘਾਂ ਦੀ ਲਈ ਤੇ ਤਿਆਰ ਹੋ ਗਏ ਹਨ ਜੀ। ਸ਼੍ਰੀ ਗੁਜਰੀ ਮਾਤਾ ਤੇ ਆਦ, ਰਖ ਗੁਰ ਕੋ ਲਖ ਸਦਨ ਆਬਾਦ। ਮਾਤਾ ਗੁਜਰੀ ਜੀ ਦੇ ਕੋਲ ਸਤਿਗੁਰੂ ਜੀ, ਮਾਤਾ ਗੁਜਰੀ ਜੀ ਤੇ ਹੋਰ ਗੁਰੂ ਜੀ ਦਾ ਰੁਖ ਵੇਖ ਕੇ ਘਰ ਵਿੱਚ ਹੀ ਰਹਿ ਨਾਲ ਨਾ ਗਏ ਜੀ। ਗਮਨੇ ਪ੍ਰਭੂ ਸਵਾਰੀ ਸਰੀ, ਪ੍ਰੇਮਤ ਰੰਗ ਭਾਗ ਕਰ ਫਰੀ। ਗੁਰੂ ਜੀ ਦਾ ਪਰਿਵਾਰ ਨਾਲ ਨਾ ਗਿਆ, ਕਹਿਣ ਤੋਂ ਭਾਵ ਹੈ ਗੁਰੂ ਜੀ ਇਕੱਲੇ ਗਏ, ਘੋੜੇ ਨੂੰ ਪ੍ਰੇਰ ਕੇ ਵਾਗ ਫੜ ਲਏ ਜੀ। ਮਜਲ ਦੂਰ ਕੀ ਕਰਤ ਸਿਤਾਰੇ, ਗ੍ਰਹਿਣ ਵਿਖੇ ਦਿਨ ਲਪ ਵਿਚਾਰੇ। ਦੂਰ ਦਾ ਪੈਂਡਾ ਕਰਦੇ ਗਏ, ਇਹ ਸਮਝਦੇ ਸਨ ਕਿ ਗ੍ਰਹਿਣ ਲੱਗਣ ਵਿੱਚ ਥੋੜੇ ਦਿਨ ਰਹਿੰਦੇ ਸਨ ਜੀ। ਜਿਸ ਥਲ ਮੈਂ ਤੀਰਥ ਸੁਮਦਾਏ, ਨਗਰ ਥਨੇਸਰ ਮੈਂ ਚਲ ਆਏ। ਜਿਸ ਥਾਂ ਤੇ ਤੀਰਥ ਸੀ ਉੱਥੇ ਸਾਰੇ ਇਕੱਠੇ ਹੋਏ ਸਨ। ਗੁਰੂ ਜੀ ਥਨੇਸਰ ਨਗਰੀ ਦੇ ਵਿੱਚ ਚੱਲ ਕੇ ਆ ਗਏ। ਇਹ ਮਹਾਨ ਤੀਰਥ ਸੀਗਾ। ਸ਼ੁਰੂ ਤੋਂ ਗੁਰੂ ਸਾਹਿਬਾਨ ਐਸੇ ਸਮਿਆਂ ਨੂੰ ਚੁਣਦੇ ਸਨ। ਇਹ ਵੀ ਇੱਕ ਪ੍ਰਚਾਰ ਦਾ ਬਹੁਤ ਵੱਡਾ ਸਾਧਨ ਹੁੰਦਾ ਵੀ ਜਿੱਥੇ ਜ਼ਿਆਦਾ ਲੋਕ ਜੁੜੇ ਹੋਣ ਉੱਥੇ ਆਪਣੀ ਗੱਲ ਕਰਨੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਚਾਰ ਦੌਰਿਆਂ ਦੇ ਸਮੇਂ ਐਸਾ ਕੀਤਾ, ਜਿੱਥੇ ਬਹੁਤ ਇਕੱਠ ਹੁੰਦੇ ਸਨ ਉੱਥੇ ਚੱਲ ਕੇ ਜਾਂਦੇ ਸਨ, ਫਿਰ ਉੱਥੇ ਆਪਣੀ ਗੱਲ ਰੱਖਦੇ ਸਨ, ਵਹਿਮਾਂ ਭਰਮਾਂ ਵਿੱਚੋਂ ਕੱਢਦੇ ਸਨ, ਰੱਬ ਦੇ ਨਾਮ ਨਾਲ ਜੋੜਦੇ ਸਨ, ਇੱਕ ਅਕਾਲ ਪੁਰਖ ਦਾ ਨਾਮ ਜਪਣ ਵਾਸਤੇ ਕਹਿੰਦੇ ਸਨ। ਨੇਤਰ ਪ੍ਰਗਾਸ ਕੀਆ ਗੁਰਦੇਵ, ਭਰਮ ਗਏ ਪੂਰਨ ਭਈ ਸੇਵ। ਜਿਨ੍ਹਾਂ ਦੇ ਨੇਤਰਾਂ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦਿੱਤਾ, ਉਹਨਾਂ ਦੇ ਵਹਿਮ ਭਰਮ ਦੂਰ ਹੋ ਗਏ, ਉਹ ਇੱਕ ਅਕਾਲ ਪੁਰਖ ਦੇ ਨਾਲ ਜੁੜ ਗਏ। ਸੋ ਸਮੇਂ ਅਨੁਸਾਰ ਇੱਥੇ ਹੀ ਸੰਪੂਰਨਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਮਾਣ ਹੋਵੇ, ਗੁਰੂ ਜੀ ਦੇ ਉਪਦੇਸ਼ ਹਿਰਦੇ ਵਿੱਚ ਵਸ ਜਾਣ। ਭੁੱਲਾਂ ਨਾ ਚਿਤਾਰਦੇ ਹੋਏ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।